ਪਿਆਰੇ ਦੋਸਤੋ, ਆਪਾਂ ਇੱਕ ਕਾਵਿ ਸਿਧਾਂਤ ਲੜੀ ਸ਼ੁਰੂ ਕਰੀ ਹੋਈ ਆ। ਉਸ ਅਧੀਨ ਅੱਜ ਆਪਾਂ ਇੱਕ ਲੇਖ ਗੋਪਾਲ ਸਿੰਘ ਦਰਦੀ ਦਾ, ਡਾਕਟਰ ਗੋਪਾਲ ਸਿੰਘ ਦਰਦੀ ਦਾ ਇੱਕ ਲੇਖ ਸਾਹਿਤ ਦੀ ਪਰਖ ਪੁਸਤਕ ਵਿੱਚ ਜਿਹੜਾ ਦਰਜ ਆ, ਕਵਿਤਾ ਦਾ ਹੁਨਰ, ਉਸ ਬਾਰੇ ਗੱਲਬਾਤ ਕਰਾਂਗੇ। ਅਸਲ ਵਿੱਚ ਇਹ ਲੇਖ ਕਵਿਤਾ ਦੇ ਤੱਤ, ਕਵਿਤਾ ਦੀਆਂ ਕਿਸਮਾਂ, ਕਵਿਤਾ ਦੀ ਪਰਿਭਾਸ਼ਾ ਕਰਦਾ ਹੈ। ਇਸ ਲੇਖ ਨੂੰ ਕਿਉਂ ਆਪਾਂ ਅੱਜ ਅਧਿਐਨ ਲਿਆ ਰਹੇ ਹਾਂ, ਤਾਂ ਜੋ ਅਸੀਂ ਇਹ ਸਮਝ ਸਕੀਏ ਕਿ ਪੰਜਾਬੀ ਕਾਵਿ ਆਲੋਚਨਾ ਦੇ ਵਿੱਚ ਕਿਸ ਕਿਸ ਕਿਸਮ ਦਾ ਕਿਹਾ ਜਾ ਸਕਦਾ ਹੈ ਕਿ ਪੜਾਅਵਾਰ ਇਹਦਾ ਵਿਕਾਸ ਕਿਸ ਤਰ੍ਹਾਂ ਹੋਇਆ। ਜ਼ਿਆਦਾਤਰ ਇਹ ਗੱਲ ਕਿ ਇਸ ਕਾਵਿ ਦੀ ਸਿਧਾਂਤਕਾਰੀ ਦੇ ਪਿੱਛੇ ਉਸ ਸਮੇਂ ਦਾ ਜਿਹੜਾ ਪੱਛਮੀ ਚਿੰਤਨ ਸੀਗਾ, ਇਹ ਉਸ ਉੱਪਰ ਆਧਾਰਿਤ ਹੈ। ਉਸ ਸਮੇਂ ਦੇ ਜਿਹੜੇ ਲੇਖਕ, ਚਾਹੇ ਪੋਪ, ਚਾਹੇ ਡਰਾਈਡਨ, ਚਾਹੇ ਐਮਰਸਨ, ਜਿਹੜੇ ਲੇਖਕ ਉਸ ਤੋਂ ਪਹਿਲਾਂ, ਚਾਹੇ ਕਾਰਲਾਈਲ, ਹਡਸਨ ਨੇ, ਜਿਹੜੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਧਾਰਨਾਵਾਂ ਦਿੱਤੀਆਂ ਸੀ ਕਵਿਤਾ ਬਾਰੇ। ਵੈਸੇ ਤਾਂ ਗੋਪਾਲ ਸਿੰਘ ਦਰਦੀ ਉਹਨਾਂ ਧਾਰਨਾਵਾਂ ਨੂੰ ਹੀ ਦੁਹਰਾ ਰਿਹਾ, ਪਰ ਇਹ ਪੰਜਾਬੀ ਕਾਵਿ ਦੀ ਸਿਧਾਂਤਕਾਰੀ ਵਿੱਚ, ਪੰਜਾਬੀ ਆਲੋਚਨਾ ਦੇ ਵਿੱਚ ਇਹ ਬੜੀ ਮਹੱਤਵਪੂਰਨ ਗੱਲ ਸੀਗੀ ਕਿ ਉਹ ਅੰਗਰੇਜ਼ ਵਿਦਵਾਨ ਜਾਂ ਪੱਛਮੀ ਵਿਦਵਾਨ ਕਵਿਤਾ ਨੂੰ ਕੀ ਸਮਝਦੇ ਆ, ਉਹ ਪੰਜਾਬੀ ਦੇ ਵਿੱਚ ਅਲਥਾਉਣ ਦਾ ਕਾਰਜ ਕਰ ਰਿਹਾ ਸੀ। ਸਿੱਧੇ ਤੌਰ 'ਤੇ ਅਲਥਾਉਣ ਦੀ ਬਜਾਏ ਉਸ ਨੂੰ ਸਮਝ ਕੇ, ਪੰਜਾਬੀ ਵਿੱਚੋਂ ਢੁੱਕਵੀਆਂ ਉਦਾਹਰਨਾਂ ਲੱਭ ਕੇ ਉਸ ਨੂੰ ਪੰਜਾਬੀ ਦੇ ਵਿੱਚ ਪੇਸ਼ ਕਰ ਰਿਹਾ ਸੀ। ਤਾਂ ਅਸੀਂ ਦੇਖਦੇ ਹਾਂ ਕਿ ਕਵਿਤਾ ਦੇ ਕਿਹੜੇ ਜਿਹੜੇ ਤੱਤ ਜਾਂ ਕਿਹੜੇ ਲੱਛਣ ਜਾਂ ਕਿਹੜੇ ਗੁਣ ਗੋਪਾਲ ਸਿੰਘ ਦਰਦੀ ਮੰਨਦਾ ਹੈ। ਗੋਪਾਲ ਸਿੰਘ ਦਰਦੀ ਸਭ ਤੋਂ ਵੱਧ ਜਿਸ ਗੱਲ 'ਤੇ ਜ਼ੋਰ ਦਿੰਦਾ ਹੈਗਾ, ਉਹ ਜ਼ੋਰ ਦਿੰਦਾ ਜਜ਼ਬੇ 'ਤੇ। ਜਜ਼ਬਾ, ਭਾਵਨਾ, ਇਮੋਸ਼ਨ, ਕਿ ਕਵਿਤਾ ਜਿਹੜੀ ਓਨੀ ਦੇਰ ਹੋਂਦ 'ਚ ਹੀ ਨਹੀਂ ਆ ਸਕਦੀ ਜਿੰਨੀ ਦੇਰ ਕੋਈ ਤੀਬਰ ਜਜ਼ਬਾ ਨਾ ਹੋਵੇ, ਜਿੰਨੀ ਦੇਰ ਕੋਈ ਮਨੁੱਖ ਦੇ ਮਨ ਅੰਦਰ ਇੱਕ ਭਾਵਨਾ ਨਾ ਉੱਠੇ। ਬਿਨਾਂ ਸ਼ੱਕ ਜਿਹੜੇ ਪੱਛਮ ਦੇ ਰੋਮਾਂਟਿਕ ਕਵੀ ਨੇ, ਚਾਹੇ ਸ਼ੈਲੇ ਹੋਵੇ, ਕੀਟਸ ਹੋਵੇ, ਬਾਇਰਨ ਹੋਵੇ, ਉਹ ਵੀ ਇਸ ਗੱਲ 'ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਆ ਕਿ ਕਵਿਤਾ ਹੈ ਨਾ ਜਿਹੜੀ, ਇਹ ਭਾਵਾਂ ਦਾ ਵਹਿ ਜਾਣਾ ਹੀ ਹੈ। ਇਹ ਸਪੌਂਟੇਨੀਅਸਲੀ ਜਿਹੜਾ ਫਲੋ ਆਫ ਇਮੋਸ਼ਨਸ। ਗੋਪਾਲ ਸਿੰਘ ਦਰਦੀ ਨੇ ਆਪਣਾ PhD ਦਾ ਜਿਹੜਾ ਕਾਰਜ ਆ, ਉਹ ਰੋਮਾਂਟਿਕ ਪੰਜਾਬੀ ਕਾਵਿਆਂ 'ਤੇ ਕੀਤਾ ਸੀ। ਇਸ ਕਰਕੇ ਉਹ ਜਜ਼ਬੇ ਨੂੰ ਬਹੁਤ ਮਹੱਤਤਾ ਦਿੰਦਾ ਹੈ ਕਿ ਜਜ਼ਬਾ ਜਿਹੜਾ ਉਹ ਬੁਨਿਆਦ ਆ ਕਵਿਤਾ ਦੀ, ਭਾਵਨਾ ਮੁੱਖ। ਦੂਜਾ ਜਿਹੜਾ ਸਥਾਨ ਗੋਪਾਲ ਸਿੰਘ ਦਰਦੀ ਦਿੰਦਾ ਹੈ, ਉਹ ਦਿੰਦਾ ਹੈ ਸੋਚ ਨੂੰ, ਸੋਚ ਅਡਾਰੀ ਨੂੰ। ਉਹ ਅਡਾਰੀ ਦੀ ਗੱਲ ਕਰਦਾ ਹੈ, ਕਾਵਿ ਅਡਾਰੀ ਦੀ ਗੱਲ ਕਰਦਾ ਹੈ, ਮਨ ਦੀ ਅਡਾਰੀ ਦੀ ਗੱਲ ਕਰਦਾ ਹੈ। ਅਸਲ 'ਚ ਉਹਦਾ ਭਾਵ ਕਲਪਨਾ ਤੋਂ। ਬਿਨਾਂ ਸ਼ੱਕ ਆਪਾਂ ਪਹਿਲਾਂ ਵੀ ਕੁਝ ਥਾਵਾਂ 'ਤੇ ਇਸ ਤਰ੍ਹਾਂ ਦੇ ਵਿਚਾਰ ਪੜ੍ਹ ਸੁਣ ਚੁੱਕੇ ਹਾਂ ਕਿ ਕਵਿਤਾ ਦੇ ਵਿੱਚ ਜਜ਼ਬੇ ਤੋਂ ਬਾਅਦ ਜਿਹੜਾ ਮਹੱਤਵਪੂਰਨ ਸਥਾਨ ਆ, ਉਹ ਕਿਸੇ ਕਵੀ ਦੇ ਲਈ ਮਹੱਤਵ ਹੁੰਦਾ ਕਿ ਉਹਦੀ ਕਲਪਨਾ ਦੀ ਉਡਾਨ ਕਿੰਨੀ ਹੈ। ਨਿਸ਼ਚੈ ਹੀ ਉਹਨਾਂ ਚਿਰ ਕਵਿਤਾ ਨਹੀਂ ਬਣਦੀ ਕਿ ਜਿੰਨੀ ਦੇਰ ਕਲਪਨਾ ਨਹੀਂ ਹੋਵੇ। ਕਿਸੇ ਨੂੰ ਬੰਦਾ ਪਿਆਰ ਕਰਦਾ ਹੈ, ਜਜ਼ਬਾ ਬਹੁਤ ਤੀਬਰ ਹੋ ਸਕਦਾ, ਹਰ ਵੇਲੇ ਉਹਦਾ ਖਿਆਲ ਰਹਿ ਸਕਦਾ, ਹਰ ਵੇਲੇ ਉਹਦੇ ਬਾਰੇ ਸੋਚਦਾ ਹੋ ਸਕਦਾ, ਪਰ ਇਹ ਉਸ ਸਮੇਂ ਹੀ ਕਵਿਤਾ ਬਣੂਗਾ ਜਦੋਂ ਉਹ ਆਪਦੀ ਕਲਪਨਾ ਦੀ ਅਡਾਰੀ ਵਿੱਚ, ਕਲਪਨਾ ਦੇ ਦੇਸ਼ ਉਹਦੇ ਨਾਲ ਗੱਲਾਂ ਕਰੂਗਾ, ਜਾਂ ਉਸ ਨਾਲ ਹੋਈਆਂ ਗੱਲਾਂ ਨੂੰ ਆਪਣੀ ਕਲਪਨਾ ਦੇ ਵਿੱਚ ਵੱਡੀਆਂ ਖਿਆਲ ਕਰੂਗਾ। ਕੋਈ ਚੰਨ ਤਾਰਿਆਂ ਦੇ, ਜਿਹਨੂੰ ਕਹਿੰਦੇ ਆ, ਉਹ ਜੋੜ ਮੇਲ ਕਰੂਗਾ। ਤਾਂ ਦੂਜੀ ਜਿਹੜੀ ਚੀਜ਼ ਹੈਗੀ ਆ, ਉਹ ਹੈਗੀ ਕਲਪਨਾ। ਅਸੀਂ ਅੱਗੇ ਦੇਖਾਂਗੇ ਕਿ ਜਿਹੜੇ ਕਵਿਤਾ ਦੇ ਤੱਤ ਨੇ, ਚਾਹੇ ਉਹ ਪ੍ਰਤੀਕ ਦੀ ਸਿਰਜਣਾ ਹੈ, ਚਾਹੇ ਅਲੰਕਾਰਾਂ ਦੀ ਸਿਰਜਣਾ ਹੈ, ਚਾਹੇ ਬਿੰਬਾਂ ਦੀ ਸਿਰਜਣਾ ਹੈ, ਉਹ ਕਲਪਨਾ 'ਤੇ ਹੀ ਨਿਰਭਰ ਕਰਦੀਆਂ ਕਿ ਜਿੰਨੀ ਵਿਅਕਤੀ ਦੀ ਕਲਪਨਾ ਵਿਸ਼ਾਲ ਹੋਊਗੀ, ਕਵੀ ਵੀ ਓਡਾ ਹੀ ਵੱਡਾ ਹੋਵੇਗਾ। ਤੀਜੀ ਜਿਹੜੀ ਗੱਲ ਸਾਡਾ ਕਵੀ ਗੋਪਾਲ ਸਿੰਘ ਦਰਦੀ ਕਵੀਆਂ ਬਾਰੇ ਦੱਸਦਾ ਜਾਂ ਕਵਿਤਾ ਬਾਰੇ ਦੱਸਦਾ, ਉਹ ਦੱਸਦਾ ਹੈ ਕਿ ਕਵਿਤਾ ਦੇ ਲਈ
ਇੱਕ ਪੁਰਾਣਾ ਫਾਰਮੂਲਾ ਇਹ ਸੀ ਕਿ ਕਵਿਤਾ ਤੇ ਵਾਰਤਕ ਨੂੰ ਜਿਹੜੀ ਨਿਖੇੜਨ ਵਾਲੀ ਚੀਜ਼, ਉਹ ਕਹਿੰਦਾ ਕਿ ਨਿਖੇੜਨ ਵਾਲੀ ਚੀਜ਼ ਤਾਂ ਭਾਈ ਇਹਦੇ ਵਿੱਚ ਛੰਦ ਤੇ ਤੋਲ ਆ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵਜਨ, ਬਹਿਰ, ਛੰਦ ਜਾਂ ਮੀਟਰ। ਅੰਗਰੇਜ਼ੀ ਵਾਲੇ ਮੀਟਰ ਕਹਿ ਦਿੰਦੇ ਆ, ਉਰਦੂ ਫਾਰਸੀ ਵਾਲੇ ਇਹਨੂੰ ਬਹਿਰ ਕਹਿ ਦਿੰਦੇ ਆ, ਪੰਜਾਬੀ 'ਚ ਉਹਨੂੰ ਅਸੀਂ ਤੋਲ ਕਹਿ ਦਿੰਦੇ ਹਾਂ ਜਾਂ ਵਜਨ ਕਹਿ ਦਿੰਦੇ ਹਾਂ। ਸੰਸਕ੍ਰਿਤ ਦੇ ਵਿੱਚ ਛੰਦ, ਛੰਦਸ, ਉਹ ਹਿੰਦੀ ਦੇ ਵਿੱਚ ਛੰਦ ਬਣ ਗਿਆ, ਪੰਜਾਬੀ 'ਚ ਵੀ ਛੰਦ। ਕਿ ਭਾਈ ਜਿਹੜੀ ਵਿਚਾਰ ਨੇ, ਜਿਹੜੇ ਕਲਪਨਾ ਹੈ, ਜਿਹੜੀ ਜਜ਼ਬਾ ਹੈ, ਉਹ ਗੁੱਧਾ ਕਾਹਦੇ 'ਚ ਹੋਣਾ ਚਾਹੀਦਾ, ਪੇਸ਼ ਕਾਹਦੇ 'ਚ ਹੋਣਾ ਚਾਹੀਦਾ, ਤਾਂ ਪੇਸ਼ ਉਹ ਛੰਦ 'ਚ ਹੋਵੇ। ਇਹ ਇੱਕ ਪੁਰਾਣਾ ਢੰਗ ਹੈਗਾ ਕਿ ਕਵਿਤਾ ਅਤੇ ਵਾਰਤਕ ਦਾ ਤਾਂ ਨਿਖੇੜ ਹੀ ਛੰਦ 'ਤੇ ਆਧਾਰਿਤ ਹੁੰਦਾ। ਤਾਂ ਛੰਦ ਕੇਵਲ ਤੁਕਾਂਤ ਮੇਲ ਨਹੀਂ ਆ, ਇਹ ਤੋਲ ਵੀ ਹੈ ਕਿ ਜਿਹੜੀ ਕਵਿਤਾ ਦੀਆਂ 2 ਸਤਰਾਂ ਜਾਂ 4 ਸਤਰਾਂ ਜਿਨ੍ਹਾਂ ਦਾ ਇੱਕ ਵਾਰ ਤੁਕਾਂਤ ਮੇਲਿਆ ਗਿਆ, ਉਹ ਹਮਵਜਨੀ ਹੋਣੀਆਂ ਚਾਹੀਦੀਆਂ, ਉਹਨਾਂ ਦਾ ਇੱਕੋ ਜਿੰਨਾ ਤੋਲ ਹੋਣਾ ਚਾਹੀਦਾ। ਪਰ ਇਹਨਾਂ ਤਿੰਨਾਂ ਚੀਜ਼ਾਂ ਨਾਲ ਕਵਿਤਾ ਨਹੀਂ ਬਣ ਜਾਂਦੀ। ਠੀਕ ਆ, ਇਹ ਕਵਿਤਾ ਲਈ ਜ਼ਰੂਰੀ ਨੇ। ਅਗਲੀ ਜਿਹੜੀ ਗੱਲ ਕਰਦਾ ਹੈਗਾ ਸਾਡਾ ਆਲੋਚਕ ਗੋਪਾਲ ਸਿੰਘ ਦਰਦੀ, ਉਹ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਜਿਹੜੀ ਸਾਇੰਸ ਆ ਉਹ ਸੱਚ, ਤੱਥ, ਵਸਤੂਗਤਤਾ 'ਤੇ ਜ਼ੋਰ ਦਿੰਦੀ ਹੈ, ਜਦੋਂ ਕਿ ਜਿਹੜੀ ਕਵਿਤਾ ਹੈ ਉਹ ਮਨ ਦੀ ਉਡਾਰੀ ਆ, ਜਜ਼ਬਾ ਹੈ। ਪਰ ਇਹ ਨਹੀਂ ਆ ਕਿ ਉਹ ਕਿਤੇ ਸੱਚਾਈ ਤੋਂ ਮੂੰਹ ਮੋੜਦੀ ਹੈ। ਸੱਚਾਈ ਇਹਦੇ ਵਿੱਚ ਵੀ ਹਾਜ਼ਰ ਹੁੰਦੀ ਹੈ, ਫਿਰ ਇਹਦਾ ਸੱਚਾਈ ਦਾ ਪੱਧਰ ਹੋਰ ਹੁੰਦਾ ਹੈ। ਉਹ ਇੱਕ ਉਦਾਹਰਨ ਦਿੰਦਾ, ਭਾਈ ਵੀਰ ਸਿੰਘ ਦੀ ਕਵਿਤਾ ਹੈਗੀ ਆ ਕਿ ਪੁੰਨਿਆਂ ਨੂੰ ਸ਼ੌ ਸਾਗਰ ਉਛਲੇ, ਤਾਂਗ ਅਰਸ਼ ਦੀ ਕਰਦਾ, ਦੂਰ ਵਸੰਦੇ ਸੋਹਣੇ ਵੱਲੇ, ਉਮਲ ਉਮਲ ਜੀ ਭਰਦਾ। ਕਹਿੰਦਾ ਕਿ ਇਹਦੇ ਵਿੱਚ ਵਿਗਿਆਨ ਤਾਂ ਹੈਗਾ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਚੰਦ ਦੀ ਖਿੱਚ ਦੇ ਨਾਲ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਂਦਾ ਹੈ, ਪਰ ਇਹ ਵਿਗਿਆਨਕ ਸੱਚਾਈ ਹੈ। ਕਾਵਕ ਸੱਚਾਈ ਹੈ ਜਿਹੜੀ ਉਹ ਹੋਰ ਆ। ਅਤੇ ਉਹ ਕਾਵਕ ਸੱਚਾਈ ਉਹ ਕਹਿੰਦਾ ਕੀ ਪੇਸ਼ ਕੀਤੀ ਜਾਂਦੀ ਹੈ ਕਿ ਦੂਰ ਸੋਹਣਾ ਵਸਦਾ, ਚੰਨ ਸੋਹਣਾ, ਇਸ ਕਰਕੇ ਸੌ ਸਾਗਰ ਉਛਲਦਾ। ਅਸਲ ਦੇ ਵਿੱਚ ਤਾਂ ਕਵੀ ਆਪਣੇ ਮਨ ਦੀਆਂ ਜਿਹੜੀਆਂ ਤੀਬਰ ਭਾਵਨਾਵਾਂ ਨੇ, ਕਵੀ ਦੇ ਮਨ ਦੀਆਂ ਜਿਹੜੀਆਂ ਤੀਬਰ ਭਾਵਨਾਵਾਂ, ਉਹਨਾਂ ਨੂੰ ਆਪਣੀ ਕਲਪਨਾ ਨਾਲ, ਸੱਚਾਈ ਨਾਲ ਮੇਲਦਾ ਅਤੇ ਸੱਚਾਈ ਨਾਲ ਮੇਲ ਕੇ ਛੰਦ ਵਿੱਚ ਪੇਸ਼ ਕਰਦਾ, ਅਤੇ ਇਉਂ ਕਿਤੇ ਜਾ ਕੇ ਕਵਿਤਾ ਹੋਂਦ ਵਿੱਚ ਆਉਂਦੀ ਹੈ। ਅਗਲੀ ਜਿਹੜੀ ਉਹ ਗੱਲ ਕਰਦਾ ਹੈ, ਉਹ ਕਰਦਾ ਹੈ ਕਿ ਭਾਈ ਕਵਿਤਾ ਦੇ ਬਣਨ ਲਈ ਇਹਦਾ ਮਤਲਬ ਕੀ ਹੋ ਗਿਆ ਕਿ ਇੱਕ ਸੋਚ, ਵਿਚਾਰ, ਖਿਆਲ ਚਾਹੀਦਾ, ਫਿਰ ਕਲਪਨਾ ਚਾਹੀਦੀ ਹੈ, ਫਿਰ ਉਹ ਛੰਦ ਵਿੱਚ ਢਾਲਣੀ ਚਾਹੀਦੀ ਹੈ। ਪਰ ਜਿਹੜੀ ਉਦੋਂ ਅਗਲੀ ਗੱਲ ਕਰਦਾ ਉਹ ਕਹਿੰਦਾ ਕਿ ਕਵਿਤਾ ਹੈ ਨਾ ਜਿਹੜੀ, ਉਹ ਇਸ਼ਾਰਿਆਂ, ਰਮਜ਼ਾਂ, ਪ੍ਰਤੀਕਾਂ, ਚਿੰਨ੍ਹਾਂ ਦੇ ਵਿੱਚ ਗੱਲ ਕਰਦੀ ਹੈ, ਸਿੱਧੀ ਗੱਲ ਨਹੀਂ ਕਰਦੀ। ਅਤੇ ਉਹ ਆਮ ਪੰਜਾਬੀ ਦੀ ਇੱਕ ਬੋਲੀ ਆ ਕਿ ਗੋਲੀ ਮਾਰੋ ਆਸ਼ਕ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ। ਭਾਈ ਜਿਹੜੇ ਕਾਵ ਰਸਿਕ ਹੁੰਦੇ ਆ ਉਹ ਕਵੀ ਦੇ ਇਸ਼ਾਰੇ ਨੂੰ ਸਮਝਦੇ ਆ, ਅਤੇ ਜੇ ਕਵੀ ਦੇ ਇਸ਼ਾਰੇ ਨੂੰ ਨਾ ਸਮਝੋ ਤਾਂ ਫਿਰ ਨਹੀਂ ਤੁਸੀਂ ਸਮਝ ਸਕਦੇ। ਇੱਕ ਬਹੁਤ ਪ੍ਰਸਿੱਧ ਲੋਕ ਬੋਲੀ ਹੈ ਕਿ ਜੰਦਰਾ ਜੰਗਾਲ ਖਾ ਗਿਆ, ਕੁੰਜੀ ਲੈ ਗਿਆ ਦਿਲਾਂ ਦਾ ਜਾਨੀ। ਅਤੇ ਨਾ ਇੱਥੇ ਜੰਦਰਾ ਜੰਦਰਾ ਹੈ ਅਤੇ ਨਾ ਇੱਥੇ ਜਿਹੜੀ ਕੁੰਜੀ ਕੁੰਜੀ ਹੈ। ਇਹ ਦਿਲਾਂ ਦੇ ਜਾਨੀ ਕਿਹੜਾ ਜਿੰਦਰੇ ਨੂੰ, ਕੀ ਜਿੰਦਰਾ ਕੀ ਹੈ ਇੱਥੇ? ਅਤੇ ਜਿੰਦਰਾ ਤਾਂ ਇੱਥੇ ਭਾਈ ਮਨ ਦਾ ਬੂਹਾ ਹੈ। ਜਿੰਦਰਾ ਜਿਹੜਾ ਉਹ ਤਾਂ ਦੇਹ ਆ। ਜੰਦਰਾ ਜੰਗਾਲ ਖਾ ਗਿਆ ਅਤੇ ਕੁੰਜੀ ਕੌਣ ਲੈ ਗਿਆ? ਦਿਲਾਂ ਦਾ ਜਾਨੀ, ਜਿਹਦੇ ਨਾਲ ਭੇਤ ਸਾਂਝੇ ਸੀ, ਜਿਹਦੇ ਨਾਲ ਮਨ ਸਾਂਝਾ ਸੀ। ਤਾਂ ਭਾਈ ਕਵੀ ਆ ਜਿਹੜੇ ਨਾ, ਉਹ ਪ੍ਰਤੀਕਾਂ ਵਿੱਚ ਗੱਲ ਕਰਦੇ ਆ, ਚਿੰਨ੍ਹਾਂ ਵਿੱਚ ਗੱਲ ਕਰਦੇ ਆ, ਰਮਜ਼ਾਂ ਵਿੱਚ ਗੱਲ ਕਰਦੇ ਆ। ਤੋ ਸਾਡਾ ਜਿਹੜਾ ਇਹ ਗੋਪਾਲ ਸਿੰਘ ਦਰਦੀ ਆ, ਉਹ ਕਹਿੰਦਾ ਕਿ ਕਵਿਤਾ ਦੇ ਲਈ ਹੁਣ ਤੱਕ ਉਹਨੇ ਤੱਤ ਦੱਸੇ ਨੇ ਕਿ ਕਿਹੜੇ ਕਿਹੜੇ ਤੱਤ ਨੇ, ਪਰ ਇਹਨਾਂ ਤੱਤਾਂ ਦਾ ਕਿਹੜਾ ਤੱਤ ਵੱਧ ਹੋਵੇ, ਕਿਹੜਾ ਤੱਤ ਘੱਟ ਹੋਵੇ, ਇਹਦਾ ਜੋੜ ਮੇਲ ਕੀ ਹੋਵੇ। ਸੱਚਮੁੱਚ ਹੀ ਇਹ ਜੋੜ ਮੇਲ ਆਏ ਆ ਕਿ ਜਿਵੇਂ ਕਿਸੇ ਨੂੰ ਪਤਾ ਹੈ ਕਿ ਭਾਈ ਸਬਜ਼ੀ ਕਾਹਦੇ ਨਾਲ ਬਣਦੀ ਹੈ, ਕਿ ਲੂਣ ਆ, ਮਿਰਚ ਆ, ਤੜਕਾ ਲਾਉਣਾ ਤੇਲ ਦਾ, ਅਤੇ ਸਬਜ਼ੀ ਹੋਣੀ ਚਾਹੀਦੀ ਹੈ। ਪਰ ਇਹ ਐਂ ਤਾਂ ਨਹੀਂ ਕਿ ਤੁਸੀਂ ਅੱਧਾ ਕਿੱਲੋ ਜਿਹੜੀ ਹੈਗੀ ਆ ਗੋਭੀ ਦੇ ਵਿੱਚ ਪਾਈਆ ਲੂਣ ਪਾ ਦਿਓ।
ਇਹ ਲੂਣ ਕਿੰਨਾ ਪਾਉਣਾ ਹੈ, ਗੋਭੀ ਕਿੰਨੀ ਪਾਉਣੀ ਹੈ, ਤੇਲ ਕਿੰਨਾ ਪਾਉਣਾ ਹੈ, ਕਦੋਂ ਪਾਉਣਾ ਹੈ, ਕਿਵੇਂ ਪਾਉਣਾ ਹੈ, ਕੀ ਅਨੁਪਾਤ ਬਣਾਉਣਾ ਹੈ, ਕਿਵੇਂ ਕਿਹੜੀ ਅੱਗ 'ਤੇ ਇਹਨੂੰ ਰਿੰਨ੍ਹਣਾ। ਇਹ ਸਾਰਾ ਕੁਝ ਜੋੜ ਮੇਲ ਆ ਜਿਹੜਾ ਇਹ ਕਵੀ ਦੇ ਮਨ ਅੰਦਰ ਚੱਲਦਾ ਹੈ। ਦੇਖੋ ਇਹ ਜਿਹੜੇ ਤੱਤ ਨੇ ਇਹ ਤਾਂ ਗੋਪਾਲ ਸਿੰਘ ਦਰਦੀ ਨੇ ਲਿਖਤੇ, ਇਹ ਮੈਂ ਤੁਹਾਡੇ ਨਾਲ ਸਾਂਝੇ ਕਰਤੇ। ਪਰ ਜੇ ਤੁਸੀਂ ਕਹੋ ਕਿ ਮੈਨੂੰ ਕਵਿਤਾ ਵੀ ਲਿਖਣੀ ਆਉਂਦੀ ਹੈ, ਮੈਨੂੰ ਕਵਿਤਾ ਨਹੀਂ ਲਿਖਣੀ ਆਉਂਦੀ, ਹੁਣ ਤਾਂ ਮੈਂ ਤੁਹਾਨੂੰ ਵੀ ਦੱਸਦੇ, ਤੁਸੀਂ ਵੀ ਕਵਿਤਾ ਦੇ ਤੱਤ ਤਾਂ ਸਮਝ ਗਏ। ਪਰ ਇਹਨਾਂ ਤੱਤਾਂ ਦੇ ਨਾਲ ਕਵਿਤਾ ਨਹੀਂ ਬਣਦੀ। ਕਵੀ ਨੂੰ ਕੁਝ ਹੋਰ ਵੀ ਕਰਨਾ ਪੈਂਦਾ। ਉਹ ਕੀ ਕਰਨਾ ਪੈਂਦਾ? ਉਹਦੇ ਅੰਦਰ ਇੱਕ ਸਿਰਜਣਾਤਮਕ ਬੁੱਧ ਹੁੰਦੀ ਹੈ ਜਿਹੜੀ ਇਹਨਾਂ ਤੱਤਾਂ ਦੇ ਤਾਲਮੇਲ ਨੂੰ ਵੀ ਨਿਰਧਾਰਿਤ ਕਰਦੀ ਹੈ, ਤੇ ਉਹਦੇ ਨਾਲ ਫਿਰ ਕਵਿਤਾ ਬਣਦੀ ਹੈ। ਅੱਗੇ ਸਾਡਾ ਕਵੀ ਇੱਕ ਹੋਰ ਨਿਖੇੜ ਕਰਦਾ ਕਿ ਕਵੀ ਜਾਂ ਜਿਹੜੇ ਕਵਿਤਾ ਵਾਲੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਅੰਤਰਮੁਖੀ ਕਵਿਤਾ ਹੈ, ਇੱਕ ਬਾਹਰਮੁਖੀ ਕਵਿਤਾ ਹੈ। ਅੰਤਰਮੁਖੀ ਜਿਹੜੀ ਕਵਿਤਾ ਲਿਖਦੇ ਨੇ ਉਹ ਅੰਤਰ ਮਨ ਦੀਆਂ ਗੱਲਾਂ, ਆਪਣੇ ਮਨ ਦੀਆਂ ਗੱਲਾਂ ਕਰਦੇ ਆ। ਤੇ ਜਿਹੜੀ ਬਾਹਰਮੁਖੀ ਕਵਿਤਾ ਵਾਲੇ ਆ ਉਹ ਬਾਹਰੀ ਸੰਸਾਰ ਬਾਰੇ ਗੱਲਾਂ ਕਰਦੇ ਆ। ਤੋ ਅੱਗੇ ਫਿਰ ਉਹ ਥੋੜ੍ਹੀ ਜਿਹੀ ਹੋਰ ਗੱਲ ਤੋਰਦਾ ਕਿ ਜੇ ਅਸੀਂ ਕਵਿਤਾ ਦੇ ਵਿਸ਼ਿਆਂ ਵੱਲ ਜਾਈਏ ਤਾਂ ਕਵਿਤਾ ਦੇ ਵਿਸ਼ੇ ਮੁੱਢਲੇ ਤੌਰ 'ਤੇ ਬਾਲੇ ਲੋਕ ਤਾਂ ਕਹਿੰਦੇ ਆ ਕਿ ਜਾਦੂ ਚਿੰਤਨ ਵਾਲੇ ਸੀ, ਕਿਸੇ ਦੈਵੀ ਸ਼ਕਤੀ ਨੂੰ ਰੁਝਾਉਣ ਵਾਲੇ ਸੀ। ਪਰ ਗੋਪਾਲ ਸਿੰਘ ਦਰਦੀ ਹੈ ਜਿਹੜਾ ਉਹ ਕੁਦਰਤੀ ਸ਼ਕਤੀਆਂ ਨੂੰ ਰੁਝਾਉਣ ਵਾਲੇ ਦੀ ਬਜਾਏ ਉਹ ਪਹਿਲਾਂ ਕਹਿੰਦਾ ਕਿ ਪਹਿਲਾਂ ਧਾਰਮਿਕ ਕਾਵਿ ਸੀ ਕਿ ਰੱਬ ਨਾਲ ਪਿਆਰ ਦੀਆਂ ਗੱਲਾਂ, ਰੱਬ ਨਾਲ, ਰੱਬ ਦੇ ਇਸ਼ਟ, ਰੱਬ ਦੀ ਆਰਾਧਨਾ ਦੀਆਂ ਗੱਲਾਂ। ਦੂਜਾ ਉਹ ਪੜਾਅ ਕਹਿੰਦਾ ਕਿ ਜਦੋਂ ਰਾਜੇ ਮਹਾਰਾਜੇ ਸਥਾਪਿਤ ਹੋ ਗਏ ਤਾਂ ਦੋ ਚੀਜ਼ਾਂ ਜਿਹੜੀਆਂ ਕਵਿਤਾ ਦਾ ਆਧਾਰ ਬਣੀਆਂ, ਇੱਕ ਇਹ ਕਿ ਜੰਗ ਜਾਂ ਯੁੱਧ, ਅਤੇ ਦੂਜਾ ਰਾਜਾ ਮਹਾਰਾਜਿਆਂ ਦਾ ਜਿਹੜਾ ਆਪਸੀ ਇਸ਼ਕ ਪਿਆਰ ਮੁਹੱਬਤ ਸੀ। ਇਸ਼ਕ ਪਿਆਰ ਮੁਹੱਬਤ ਆ ਜਿਹੜਾ ਉਹ ਪ੍ਰਮੁੱਖ ਬਣਿਆ। ਪਰ ਜਦੋਂ ਆਧੁਨਿਕਤਾ ਆਉਂਦੀ ਹੈ, ਜਦੋਂ ਲੋਕਤੰਤਰ ਫੈਲਦਾ, ਜਦੋਂ ਜ਼ਗੀਰਦਾਰੀ ਦੌਰ ਤੋਂ ਬੰਦਾ ਸਰਮਾਏਦਾਰੀ ਵੱਲ ਆਉਂਦਾ ਅਤੇ ਹਰ ਬੰਦਾ ਰਾਜਾ ਬਣ ਜਾਂਦਾ, ਹਰ ਬੰਦਾ ਜਿਹੜਾ ਉਹ ਰਾਜਾ ਬਣ ਜਾਂਦਾ, ਹਰ ਔਰਤ ਜਿਹੜੀ ਰਾਣੀ ਬਣ ਜਾਂਦੀ ਹੈ। ਅਤੇ ਉਹਦੇ ਨਾਲ ਫਿਰ ਕੀ ਹੈਗਾ ਕਿ ਜਿਹੜਾ ਕਾਵਿ ਦੇ ਵਿਸ਼ੇ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ। ਅਤੇ ਜਦੋਂ ਕਾਵਿ ਦੇ ਵਿਸ਼ੇ ਬਦਲਦੇ ਤਾਂ ਕਹਿੰਦਾ ਲੌਕਿਕ ਕਾਵਿ ਆ ਜਿਹੜਾ ਉਹ ਪ੍ਰਮੁੱਖ ਹੋ ਜਾਂਦਾ ਹੈ, ਆਮ ਬੰਦੇ ਦੀ ਗੱਲਬਾਤ ਹੋਣ ਲੱਗਦੀ ਹੈ। ਪਰ ਉਹ ਇਹ ਕਹਿੰਦਾ ਕਿ ਪੰਜਾਬੀ ਹੈ ਜਿਹੜੀ ਪੰਜਾਬੀ ਕਵਿਤਾ ਜਿਹੜੀ ਇਹ ਮੁੱਢ ਤੋਂ ਹੀ ਲੌਕਿਕ ਰਹੀ ਹੈ, ਆਮ ਬੰਦੇ ਦੇ ਇਹ ਨੇੜੇ ਰਹੀ ਹੈ। ਭਾਵੇਂ ਕੁਝ ਸਮਾਂ ਹੈ ਕਿ ਜਦੋਂ ਇਹ ਧਾਰਮਿਕ ਕਾਵਿ ਵੀ ਪ੍ਰਮੁੱਖਤਾ ਸੀਗੀ, ਪਰ ਧਾਰਮਿਕ ਕਾਵਿ ਤੋਂ ਇਲਾਵਾ ਲੌਕਿਕ ਕਾਵਿ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਪ੍ਰਮੁੱਖ ਰਿਹਾ। ਇਸ ਤੋਂ ਬਾਅਦ ਅੰਤਰਮੁਖੀ ਕਵਿਤਾ ਅਤੇ ਬਾਹਰਮੁਖੀ ਕਵਿਤਾ, ਲੌਕਿਕ ਕਵਿਤਾ ਅਤੇ ਅਲੌਕਿਕ ਕਵਿਤਾ ਦੇ ਵੰਡ ਤੋਂ ਬਾਅਦ ਗੋਪਾਲ ਸਿੰਘ ਦਰਦੀ ਫਿਰ ਭਾਰਤੀ ਕਾਵਿ ਸ਼ਾਸਤਰ ਨੂੰ ਵੀ ਥੋੜ੍ਹਾ ਜਿਹਾ ਛੂੰਹਦਾ ਕਿ ਭਾਰਤੀ ਕਾਵਿ ਸ਼ਾਸਤਰ ਅਨੁਸਾਰ ਜਿਹੜੇ ਰਸਾਂ ਦੇ ਆਧਾਰ 'ਤੇ ਵੀ ਕਵਿਤਾ ਵੰਡੀ ਜਾ ਸਕਦੀ ਹੈ। ਬਹੁਤੇ ਜਿਹੜੇ ਲੋਚਕ ਆ ਉਹ ਮੁੱਢਲੇ ਤੌਰ 'ਤੇ 7 ਰਸ ਮੰਨਦੇ, ਕੁਝ 9 ਰਸ ਮੰਨਦੇ, ਕੁਝ ਭਗਤੀ ਰਸ ਨੂੰ ਵੀ ਰਸ ਮੰਨ ਲੈਂਦੇ ਨੇ। ਤੋ ਪਰ ਇਹ ਅਸੀਂ ਜਾਣਦੇ ਹਾਂ ਕਿ ਜਿਹੜਾ ਸ਼ਿੰਗਾਰ ਰਸ ਆ, ਜਿਹੜਾ ਵੀਰ ਰਸ ਆ, ਜਿਹੜਾ ਹਾਸ ਰਸ ਆ, ਇਹ ਜਿਹੜੇ ਰਸ ਨੇ ਇਹ ਪ੍ਰਮੁੱਖ ਰਸ ਮੰਨੇ ਜਾਂਦੇ ਆ। ਹਾਲਾਂਕਿ ਦੂਸਰੇ ਰਸਾਂ ਦੀ ਵੀ ਆਪਣੀ ਹੋਂਦ ਹੁੰਦੀ ਹੈ ਅਤੇ ਉਹਦੇ ਰਸਾਂ ਦੇ ਆਧਾਰ 'ਤੇ ਵੀ ਕਵਿਤਾ ਨੂੰ ਵੰਡਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਉਹ ਕਹਿੰਦਾ ਹੈ ਕਿ ਨਾਂ ਨਹੀਂ ਲੈਂਦਾ ਗਾ, ਪਰ ਉਹਨੇ ਪੱਛਮ ਵਾਲੀ ਵੰਡ ਚੱਕ ਲਈ ਕਿ ਪੱਛਮ ਦੇ ਵਿੱਚ ਜਿਹੜੇ ਕਵੀਆਂ ਦੀ ਕਵਿਤਾ ਦੀ ਵੰਡ ਆ ਉਹ 3 ਭਾਗਾਂ 'ਚ ਕਰ ਲੈਂਦੇ ਆ। ਇੱਕ ਨੂੰ ਉਹ ਕਹਿੰਦੇ ਆ ਕਿ ਜਿਹੜੇ ਆਪਣੇ ਆਪ ਦੀਆਂ ਮਨ ਦੀਆਂ ਗੱਲਾਂ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਸਰੋਦੀ ਕਵਿਤਾ ਜਾਂ ਲਿਰਿਕਲ ਪੋਇਟਰੀ, ਜਿਹੜੀ ਛੰਦਬੱਧ ਵੀ ਹੁੰਦੀ ਆ, ਸੰਗੀਤਕ ਵੀ ਹੁੰਦੀ ਆ, ਪ੍ਰਗੀਤਕ ਵੀ ਹੁੰਦੀ ਆ, ਆਪਣੀ ਆਪ ਦੀਆਂ ਦੂਸਰੇ ਨਾਲ ਗੱਲਾਂ, ਮੈਂ ਦੀਆਂ ਤੂੰ ਨਾਲ ਗੱਲਾਂ। ਦੂਸਰੀ ਜਿਹੜੀ ਕਵਿਤਾ ਹੈਗੀ ਆ ਉਹ ਕਹਿੰਦਾ ਕਿ ਸਾਡੇ ਬਹੁਤੇ ਜਿਹੜੇ ਸ਼ਬਦ ਨੇ, ਜਿਹੜੇ ਵਿਸ਼ਨਪਦੇ ਨੇ, ਜਿਹੜੇ ਸਾਡੇ ਸ਼ਲੋਕ ਨੇ, ਉਹ ਇਸੇ ਕੈਟਾਗਰੀ ਦੇ ਵਿੱਚ ਆਉਂਦੇ ਆ। ਦੂਜੀ ਜਿਹੜੀ ਵੰਨਗੀ ਹੈਗੀ ਆ ਉਹਨੂੰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਰਤਾਂਤਕ ਕਵਿਤਾ, ਜਿਹਨੂੰ ਨੈਰੇਟਿਵ ਪੋਇਟਰੀ ਕਹਿੰਦੇ, ਕਿ ਜਿਹਦੇ ਵਿੱਚ ਕੋਈ ਕਹਾਣੀ ਬਿਆਨ ਕੀਤੀ ਜਾਂਦੀ, ਜਿਹਦੇ ਵਿੱਚ ਕੋਈ ਘਟਨਾ ਬਿਆਨ ਕੀਤੀ ਜਾਂਦੀ ਹੈ। ਸਾਰਾ ਜਿਹੜਾ ਸਾਡਾ ਕਿੱਸਾ ਕਾਵਿ ਆ ਜਾਂ ਵਾਰ ਕਾਵਿ ਆ ਉਹ ਘਟਨਾ ਦਾ ਬਿਆਨ ਆ, ਕਥਾ। ਉਹਦੇ ਵਿੱਚ ਇੱਕ ਤੋਂ ਬਾਅਦ ਦੂਜੀ ਘਟਨਾ ਵਾਪਰਦੀ ਹੈ, ਸਮੇਂ ਅਤੇ ਸਥਾਨ ਦੀਆਂ ਤਬਦੀਲੀਆਂ ਵਾਪਰਦੀਆਂ। ਉਹਦੇ ਵਿੱਚ ਇੱਕ ਘਟਨਾ ਨੂੰ ਸੁਣਾਉਣ ਵਾਲਾ ਬੰਦਾ ਉਹ ਦੱਸਦਾ ਕਿ ਆਹ ਘਟਨਾ ਵਾਪਰੀ, ਉਹ ਸੁਣਾਉਂਦਾ। ਮੈਂ ਦੀਆਂ ਤੂੰ ਨਾਲ ਗੱਲਾਂ ਨਹੀਂ ਆ, ਮੈਂ ਦਰਸ਼ਕਾਂ ਨੂੰ ਸੰਬੋਧਿਤ ਹੁੰਦਾ ਹੈ ਕਿ ਭਾਈ ਆਹ ਗੱਲਾਂ ਨੇ। ਮੈਂ ਅਤੇ ਤੂੰ ਦੀਆਂ ਗੱਲਾਂ ਦੇ ਵਿੱਚ ਨਿੱਜ ਮੁਖਤਾ ਹੈ, ਨੇੜਤਾ ਹੈ। ਮੈਂ ਦੀਆਂ ਦਰਸ਼ਕਾਂ ਨਾਲ ਗੱਲਾਂ, ਜਦੋਂ ਨਰੇਟਿਵ ਜਿਹੜਾ ਬਰਤਾਂਤਕਾਰ ਆ ਉਹ ਅੱਗੇ ਆ ਜਾਂਦਾ ਤਾਂ ਉਦੋਂ ਫਿਰ ਕਥਾ ਜਨਮ ਲੈਂਦੀ ਆ, ਫਿਰ ਕਹਾਣੀ ਜਨਮ ਲੈਂਦੀ ਆ, ਉਹਦੇ ਵਿੱਚੋਂ ਕਿੱਸਾ ਕਾਵਿ ਪੈਦਾ ਹੁੰਦਾ। ਇਹ ਜਿਹੜੀ ਦੂਜੀ ਕਿਸਮ ਦੀ ਕਵਿਤਾ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਬਰਤਾਂਤਕ ਕਵਿਤਾ,
ਸਰੋਦੀ ਕਵਿਤਾ ਤੋਂ ਬਾਅਦ ਵਰਤਾਂਤਕ ਕਵਿਤਾ, ਤੇ ਵਰਤਾਂਤਕ ਕਵਿਤਾ ਤੋਂ ਬਾਅਦ ਜਿਹੜੀ ਕਵਿਤਾ ਹੈਗੀ ਆ, ਜਿਹਨੂੰ ਅਸੀਂ ਕਹਿੰਦੇ ਆ ਕਿ ਜਿਹਦੇ ਵਿੱਚ ਨਾਟਕ ਆ ਜਾਂਦਾ, ਨਾਟਕੀ ਕਾਵ ਜਾਂ ਕਾਵ ਨਾਟਕ ਦੋਨੇ ਹੀ ਸ਼ਾਮਲ ਹੁੰਦੇ ਆ, ਕਿ ਜਿਹਦੇ ਵਿੱਚ ਨਾਟਕ ਹੁੰਦਾ ਹੈ। ਉਹਦੇ ਵਿੱਚ ਨਾ ਤਾਂ ਮੈਂ ਦੀਆਂ ਤੂੰ ਨਾਲ ਗੱਲਾਂ ਹੁੰਦੀਆਂ, ਨਾ ਇੱਕ ਕਥਾ ਕਹਾਣੀ ਸਿੱਧੇ ਤੌਰ 'ਤੇ ਕੋਈ ਦਰਸ਼ਕ ਨੂੰ ਜਾਂ ਸਰੋਤਿਆਂ ਨੂੰ ਜਾਂ ਪਾਠਕਾਂ ਨੂੰ ਸੁਣਾਉਂਦਾ ਪੜ੍ਹਾਉਂਦਾ ਦਿਖਾਉਂਦਾ, ਸਗੋਂ ਪਾਤਰ ਆ ਕੇ ਆਪਸ ਵਿੱਚ ਦੀ ਗੱਲਾਂ ਕਰਦੇ ਆ, ਅਤੇ ਉਹਦੇ ਨਾਲ ਨਾਟਕੀ ਕਾਵ ਜਨਮ ਲੈਂਦਾ ਹੈ। ਇਹ ਇੱਕ ਹੋਰ ਕਿਸਮ ਦੀ ਕਵਿਤਾ ਹੈ। ਉਹਨੇ ਇਹ ਕਵਿਤਾ ਦੀਆਂ ਵੰਡਾਂ ਵੀ ਕੀਤੀਆਂ, ਅਤੇ ਅਖੀਰ ਦੇ ਵਿੱਚ ਉਸਨੇ ਇਹ ਵੀ ਕਿਹਾ ਹੈਗਾ ਕਿ ਵਿਸ਼ਿਆਂ ਦੇ ਅਨੁਸਾਰ ਵੀ ਵੰਡੀ ਜਾ ਸਕਦੀ ਹੈ, ਰਸਾਂ ਅਨੁਸਾਰ ਵੀ ਵੰਡੀ ਜਾ ਸਕਦੀ ਹੈ, ਛੰਦਾਂ ਅਨੁਸਾਰ ਵੀ ਵੰਡੀ ਜਾ ਸਕਦੀ ਹੈ ਕਵਿਤਾ। ਪਰ ਜਿਵੇਂ ਆਪਾਂ ਮੁੱਢ 'ਚ ਗੱਲ ਕੀਤੀ ਹੈ ਕਿ ਕਵਿਤਾ ਦੇ ਲਈ ਕੀ ਆ ਕਿ ਜਜ਼ਬਾ ਵੀ ਚਾਹੀਦਾ, ਕਾਵ ਅਡਾਰੀ ਕਲਪਨਾ ਵੀ ਚਾਹੀਦੀ ਹੈ, ਉਹਦੇ ਲਈ ਉਹਨੂੰ ਛੰਦ 'ਚ ਬੰਨ੍ਹਣਾ ਵੀ ਜ਼ਰੂਰੀ ਹੈ। ਪਰ ਜੋ ਕੁਝ ਵੀ ਪੇਸ਼ ਕਰਨਾ ਉਹਦੇ ਪਿੱਛੇ ਕੋਈ ਵਿਚਾਰ, ਕੋਈ ਸੋਚ ਵੀ ਕੰਮ ਕਰਦੀ ਆ। ਉਹਦੇ ਲਈ ਜਿਹੜੇ ਵਿਸ਼ੇ ਨਿਰਧਾਰਿਤ ਹੁੰਦੇ ਆ ਉਹ ਵੀ ਦੁਨੀਆਦਾਰੀ 'ਚੋਂ ਵਿਸ਼ੇ ਲਏ ਜਾਂਦੇ ਆ, ਪਰ ਉਹਨਾਂ ਨੂੰ ਪੇਸ਼ ਕਿੱਦਾਂ ਕੀਤਾ ਜਾਂਦਾ, ਪ੍ਰਤੀਕਾਂ ਨਾਲ ਪੇਸ਼ ਕੀਤਾ ਜਾਂਦਾ, ਚਿੰਨ੍ਹਾਂ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਉਹ ਪੇਸ਼ ਕੀਤਾ ਜਾਂਦਾ ਤਾਂ ਉਸ ਸਮੇਂ ਜਿਹੜੀ ਕਵਿਤਾ ਹੈ ਉਹ ਹੋਂਦ 'ਚ ਆਉਂਦੀ ਆ, ਉਹ ਅਲੰਕਾਰ ਸਜਾ ਕੇ ਆਉਂਦੀ ਆ, ਭੂਸ਼ਣ ਧਾਰਨ ਕਰਨ ਕੇ ਆਉਂਦੀ ਆ। ਪਰ ਜਦੋਂ ਕਵਿਤਾ ਸਾਹਮਣੇ ਸਾਡੇ ਆਉਂਦੀ ਆ ਤਾਂ ਉਹਦੀ ਇੱਕ ਆਪਣੀ ਆਰਗੈਨਿਕ ਹਾਰਮਨੀ ਹੁੰਦੀ ਆ, ਆਪਣੇ ਆਪ ਦੇ ਵਿੱਚ ਜਿਹੜੀ ਕਵਿਤਾ ਉਹ ਸਮੁੱਚ ਹੁੰਦੀ ਆ, ਜਵੰਤ ਸਮੁੱਚ ਹੁੰਦੀ ਆ। ਉਹਦਾ ਜਿਹੜੀ ਜਿਉਂਦੀ ਜਾਗਦੀ ਸਾਨੂੰ ਪ੍ਰਭਾਵਿਤ ਕਰਦੀ ਚੀਜ਼ ਬਣਦੀ ਆ, ਉਹਦੇ ਵਿੱਚ ਇਹਨਾਂ ਤੱਤਾਂ ਦਾ ਕੀ ਤਾਲਮੇਲ ਆ, ਉਹ ਅਸੀਂ ਦੇਖਦੇ ਹਾਂ। ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਵੀ ਕੋਇਲ ਤੂੰ ਕਿਤ ਬਿਧ ਕਾਲੀ, ਆਪਣੇ ਪੀਆ ਕਿ ਬਿਰਹਾ ਸੰਗ ਜਾਲੀ। ਤਾਂ ਜਿਹੜੀ ਬਿਰਹਾ ਸੰਗ ਜਾਲਣਾ ਹੈਗਾ ਇਹ ਇੱਕ ਜਜ਼ਬਾ ਹੈ। ਇਹ ਜਜ਼ਬਾ ਹੈ ਜਿਹੜਾ ਉਹਨੂੰ ਪੇਸ਼ ਛੰਦ 'ਚ ਕੀਤਾ ਗਿਆ। ਪ੍ਰਤੀਕ ਕਾਹਦਾ ਵਰਤਿਆ ਗਿਆ ਹੈਗਾ, ਕੋਇਲ ਦਾ। ਪਰ ਜੇ ਅਸੀਂ ਵਿਗਿਆਨਕ ਤੌਰ 'ਤੇ ਦੇਖੀਏ ਕਿ ਕੋਇਲ ਤਾਂ ਕਰਕੇ ਕਾਲੀ ਹੈ ਕਿ ਬਿਰਹਾ ਦੀ ਜਾਲੀ ਹੈ, ਇਹ ਕਾਵਕ ਸੱਚ ਆ, ਇਹ ਪ੍ਰਤੀਕਾਤਮਕ ਸੱਚ ਆ। ਤਾਂ ਸੋ ਕਵਿਤਾ ਇੱਕ ਆਪਣੇ ਢੰਗ ਨਾਲ ਹੋਂਦਸ਼ੀਲ ਹੁੰਦੀ ਆ, ਅਤੇ ਕਵਿਤਾ ਦੇ ਹੁਨਰ ਦੇ ਵਿੱਚ ਇਹੀ ਗੱਲਾਂ ਜਿਹੜੀਆਂ ਗੋਪਾਲ ਸਿੰਘ ਦਰਦੀ ਕਰਦਾ। ਇਹ ਬਹੁਤੀਆਂ ਜਿਹੜੀਆਂ ਗੱਲਾਂ ਨੇ ਇਹ ਉਸ ਸਮੇਂ ਦੀ ਜਿਹੜੀ ਪੱਛਮੀ ਆਲੋਚਨਾ ਸੀਗੀ, ਕਾਵ ਆਲੋਚਨਾ ਸੀ, ਉਹਨਾਂ 'ਤੇ ਆਧਾਰਿਤ ਆ। ਪਰ ਬਹੁਤ ਵਧੀਆ ਢੰਗ ਨਾਲ ਉਹ ਪੰਜਾਬੀ ਦੇ ਵਿੱਚ ਸਮਝਾਉਂਦੇ ਨੇ। ਸਾਹਿਤ ਦੀ ਪਰਖ ਵਿੱਚ ਜਿਹੜਾ ਉਹਨਾਂ ਦਾ ਲੇਖ ਆ ਕਵਿਤਾ ਦਾ ਹੁਨਰ, ਤੁਸੀਂ ਉਹਨੂੰ ਪੜ੍ਹ ਸਕਦੇ ਆ। ਮਿਹਰਬਾਨੀ, ਸ਼ੁਕਰੀਆ, ਧੰਨਵਾਦ।